नमस्कार दोस्तों ਵੱਖ-ਵੱਖ समाज प्रबंधों ਦੇ ਵਿੱਚ ਔਰਤਾਂ ਦੀ ਹਾਲਤ ਅਤੇ ਪਿਤਾ ਪੁਰਖੀ ਸੱਤਾ ਦੇ ਬਾਰੇ ਮੈਂ ਤੁਹਾਡੇ ਰੂਬਰੂ ਹੋਇਆ ਜਾਣਕਾਰੀ ਲੈ ਕੇ ਗੱਲ ਕਰਾਂਗੇ। ਔਰਤਾਂ ਦੇ ਉੱਪਰ ਜੋ ਸਮਾਜ ਦਾ ਅੱਧਾ ਹਿੱਸਾ ਹੈ, ਬਰਾਬਰ ਦਾ ਹਿੱਸਾ ਹੈ, ਉਹਦੇ ਬਾਰੇ ਤੁਸੀਂ ਵੀਡੀਓ ਦੇਖ ਰਹੇ ਐਂਡ ਤੱਕ ਔਰ ਇਹ ਲਗਾਤਾਰ ਜਿਹੜਾ ਹੈਗਾ ਚੱਲਣਾ ਹੈਗਾ ਲੜੀਵਾਰ, ਤਾਂ ਪੂਰੇ ਵਿਸਤਾਰਪੂਰਵਕ ਜਾਣਾਂਗੇ ਇਸ ਸਮਾਜ ਦੀ ਔਰਤ ਸਮਾਜ ਦੇ ਬਾਰੇ ਜ਼ਿੰਦਗੀ ਹੈ। ਤਾਂ ਔਰਤਾਂ ਦਾ ਸਮਾਜ ਦਾ ਔਰਤਾਂ ਜੋ ਹੈ ਉਹ ਸਮਾਜ ਦਾ ਅੱਧਾ ਹਿੱਸਾ ਨੇ। ਉਹਨਾਂ ਦੇ ਇਨਕਲਾਬ ਵਿੱਚ ਆਉਣ ਨਾਲ ਜਿਹੜੀ ਤਾਕਤ ਹੈ ਉਹ ਦੁੱਗਣੀ ਹੋ ਜਾਂਦੀ ਹੈ, ਨਹੀਂ ਆਉਣ ਨਾਲ ਜਿਹੜੀ ਤਾਕਤ ਹੈ ਉਹ ਅੱਧੀ ਰਹਿ ਜਾਂਦੀ ਹੈ। ਔਰਤਾਂ ਅੰਦਰਲੇ ਰੋਹ ਨੂੰ ਇਨਕਲਾਬ ਦੀ ਅੰਤਮ ਜਿਹੜਾ ਹੈਗਾ ਪਰ ਅੰਤਰਮੁਖੀ ਸ਼ਕਤੀ ਵਿੱਚ ਤਬਦੀਲ ਕਰਨਾ, ਜਿਹੜਾ ਉਹਨਾਂ ਦੇ ਸਮੁੱਚੀ ਊਰਜਾ ਨੂੰ ਇਸ ਵਿੱਚ ਜਿਹੜਾ ਸਹੀ ਢੰਗ ਨਾਲ ਲਾ ਦੇਣਾ ਮਨੁੱਖੀ ਕਾਰਜਾਂ ਵਿੱਚੋਂ ਇੱਕ ਹੈ। ਇਸ ਲਈ ਮੌਜੂਦਾ ਜਿਹੜੀ ਅਰਧ ਬਸਤੀ ਹੈ ਜਾਂ ਅਰਧ ਜਗੀਰੂ ਸਮਾਜ ਹੈ, ਤਾਂ ਇਹ ਸਮਾਜ ਵਿੱਚ ਉਹਨਾਂ ਦੀ ਜਿਹੜੀ ਆਮ ਸਥਿਤੀ ਦੇ ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਵਿਸ਼ੇਸ਼ਤਾਵਾਂ 'ਤੇ ਵੀ ਗੌਰ ਜਿਹੜਾ ਹੈਗਾ ਕਰਨਾ ਬਣਦਾ, ਤੇ ਉਸ ਕਰਨਾ ਅਤੇ ਉਸ ਦੇ ਆਧਾਰ 'ਤੇ ਉਹਨਾਂ ਬਾਰੇ ਕਾਰਜਾਂ ਨੂੰ ਤੈਅ ਕਰਨਾ ਵੀ ਜ਼ਰੂਰੀ ਹੈ। ਇਸ ਲਈ ਉਹਨਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਜਮਾਤੀ ਜਿਹੜੀ ਲੁੱਟ ਹੈ, ਤਾਂ ਜਮਾਤੀ ਲੁੱਟ ਦੇ ਜਿਹੜਾ ਦਾਬੇ ਦੀ ਪੈਦਾਇਸ਼ ਦੇ ਨਾਲ ਨਾਲ ਹੀ ਉਹਨਾਂ 'ਤੇ ਜਿਹੜੇ ਲੱਦੇ ਗਏ ਪਿਤਾ ਪੁਰਖੀ ਦਾਬਾ, ਜਾਂ ਕਹਿ ਲਓ ਕਿ ਪਿਤਾ ਪੁਰਖੀ ਦਾਬੇ ਦੀ ਇਤਿਹਾਸ ਦੀ ਪੜਤਾਲ ਕਰਨਾ ਵੀ ਜ਼ਰੂਰੀ ਹੈ। ਤੇ ਆਪਾਂ ਅੱਜ ਇਸ ਨੂੰ ਲੜੀਵਾਰ ਜਿਹੜਾ ਲੰਬੇ ਰੂਪ ਤੱਕ ਇਹਦੀ ਪੜਤਾਲ ਕਰਾਂਗੇ ਤੇ ਇਹਦੇ ਬਾਰੇ ਜਾਣਾਂਗੇ। ਜ਼ਰੂਰੀ ਤਾਂ ਇਹ ਵੀ ਹੈ ਕਿ ਵੱਖ-ਵੱਖ ਸਮਾਜਿਕ ਪ੍ਰਬੰਧਾਂ ਵਿੱਚ ਉਹਨਾਂ ਦੀ ਸਥਿਤੀ ਦਾ ਇਤਿਹਾਸਕ ਜਿਹੜਾ ਹੈਗਾ ਪੱਖ ਤੋਂ ਜਾਣਿਆ ਜਾਵੇ, ਜਾਇਜ਼ਾ ਲਿਆ ਜਾਵੇ। ਉਹ ਗੱਲ ਕਰਦੇ ਹਾਂ ਔਰਤਾਂ ਦੀ ਗੁਲਾਮੀ ਤੇ ਪਿਤਾ ਪੁਰਖੀ ਸੱਤਾ ਦੀ ਪੈਦਾਇਸ਼ ਦੇ ਵਿਕਾਸ ਬਾਰੇ। ਤਾਂ ਔਰਤਾਂ ਦੋਹਰੀ ਲੁੱਟ ਤੇ ਦਾਬੇ ਦਾ ਸਾਹਮਣਾ ਕਰਦੀਆਂ, ਆਪਣੇ ਮਰਦਾਂ ਵਾਂਗੂ ਉਹ ਵੀ ਸਮਾਜ ਦੀ ਲੁੱਟ ਤੇ ਦਾਬਾ ਸਹਿੰਦੀਆਂ ਨੇ, ਪਰ ਨਾਲ ਹੀ ਉਹਨਾਂ ਨੂੰ ਜਿਹੜਾ ਹੈਗਾ ਪਿਤਾ ਪੁਰਖੀ ਦਾਬੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਔਰਤ ਜਿਹੜੀ ਹੈਗੀ ਹੈ, ਜਿਵੇਂ ਮਰਦ ਜਿਹੜਾ ਹੈਗਾ, ਮਰਦ ਨੂੰ ਵੀ ਜਿਹੜਾ ਹੈਗਾ ਪਿਤਾ ਪੁਰਖੀ ਦਾਬੇ ਦਾ ਸਾਹਮਣਾ ਕਰਨਾ ਪੈਂਦਾ, ਪਰ ਔਰਤ ਨੂੰ ਉਸ ਤੋਂ ਜ਼ਿਆਦਾ ਦੁੱਗਣਾ ਜਿਹੜਾ ਹੈਗਾ ਉੱਤੇ ਪ੍ਰਭਾਵ ਕਰਨਾ, ਉਹਨੂੰ ਦਾਬੇ ਦਾ ਸਾਹਮਣਾ ਕਰਨਾ ਪੈਂਦਾ। ਤਾਂ ਔਰਤਾਂ ਦੇ ਉੱਪਰ ਜਿਹੜਾ ਹੈਗਾ ਮਰਦਾਂ ਦੇ ਗਲਬੇ ਦਾ ਜਿਹੜਾ ਪ੍ਰਬੰਧ ਹੈ ਉਹ ਪਿਤਾ ਪੁਰਖੀ ਜਿਹੜਾ ਪ੍ਰਬੰਧ ਹੈਗਾ, ਤਾਂ ਦਾਬੇ ਨੂੰ ਜਿਹੜਾ ਸੰਸਥਾਗਤ ਰੂਪ ਦੇ ਵਿੱਚ ਦਿੰਦੇ ਨੇ, ਪਰ ਇਸ ਤੋਂ ਇਲਾਵਾ ਉਹ ਮਰਦ ਵੀ ਖੁਦ ਹਾਕਮ ਜਮਾਤ ਵੱਲੋਂ, ਹਾਕਮ ਧਿਰ ਵੱਲੋਂ ਜਿਹੜੇ ਉਹ ਪੀੜਤ ਹੁੰਦੇ ਨੇ, ਪਿਤਾ ਪੁਰਖੀ ਵਿਚਾਰਾਂ ਨਾਲ ਪ੍ਰਭਾਵਿਤ ਹੁੰਦੇ ਆ। ਤੇ ਔਰਤਾਂ ਦੇ ਦਾਬੇ ਦਾ ਮਹੱਤਵਪੂਰਨ ਪੱਖ ਹੈ, ਪਹਿਲੂ ਇਹਦਾ ਹੈ। ਤਾਂ ਪਿਤਾ ਪੁਰਖੀ ਸੱਤਾ ਵਾਲੀਆਂ ਪੂਰਵ ਧਾਰਨਾਵਾਂ ਦੇ ਸਰਵ ਵਿਆਪੀ ਜਿਹੜਾ ਹੈਗਾ ਉਹਦੇ ਹੋਣ ਵਿੱਚ ਇਸ ਪਹਿਲੂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ, ਇਸ ਪੱਖ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਤਾਂ ਇਸ ਤਰ੍ਹਾਂ ਜਿੱਥੇ ਜਮਾਤੀ ਦਾਬੇ ਨੂੰ ਸਮਝਣਾ ਵੱਧ ਔਖਾ ਹੈ ਅਤੇ ਲੋਕ ਉਸ ਨੂੰ ਸਮਝਣ ਲਈ ਵੱਧ ਤਿਆਰ ਰਹਿੰਦੇ ਨੇ, ਤਾਂ ਪਿਤਾ ਪੁਰਖੀ ਸੱਤਾ ਨਾਲ ਇਹ ਜੁੜੇ ਹੋਏ ਨੇ। ਤਾਂ ਪਿਤਾ ਪੁਰਖੀ ਲੁੱਟ ਤੇ ਦਾਬਾ ਜਿਹੜਾ ਹੈਗਾ ਉਹ ਜਮਾਤੀ ਲੁੱਟ ਤੇ ਦਾਬੇ ਤੇ ਆਧਾਰਿਤ ਹੁੰਦਾ ਹੈ, ਅਤੇ ਉਸ ਦੇ ਰਾਹੀਂ ਹੀ ਇਹ ਪਾਲਿਆ ਪੋਸਿਆ ਜਾਂਦਾ ਹੈ, ਵੱਡਾ ਕੀਤਾ ਜਾਂਦਾ। ਫਿਰ ਜਮਾਤੀ ਸ਼ੋਸ਼ਣ ਦੇ ਦਾਬੇ ਨੂੰ ਪਿਤਾ ਪੁਰਖੀ ਜਿਹੜਾ ਸੱਤਾ ਹੈਗਾ
ਸੱਤਾ ਹੈਗੀ ਹੈ ਤਾਂ ਉਸ ਸੱਤਾ ਰਾਹੀਂ ਜਿਹੜਾ ਵੀ ਇੱਕ ਬਹੁਤ ਵੱਡੀ ਤਾਕਤ ਮਿਲਦੀ ਹੈ, ਉਸ ਨੂੰ ਇੱਕ ਬਲ ਮਿਲਦਾ ਹੈਗਾ। ਤਾਂ ਇੱਥੇ ਧਿਆਨ ਦੇਣ ਯੋਗ ਗੱਲ ਜਿਹੜੀ ਹੈ ਵਿਸ਼ੇਸ਼ ਤੌਰ ਤੇ ਉਹ ਇਹ ਹੈ ਕਿ ਪਿਤਾ ਪੁਰਖੀ ਸੱਤਾ ਦੀ ਪੈਦਾਇਸ਼ ਜਮਾਤੀ ਸਮਾਜ ਦੀ ਜਿਹੜੀ ਪੈਦਾਇਸ਼ ਹੈ ਦੇ ਨਾਲ ਹੀ ਸ਼ੁਰੂ ਹੋਈ ਹੈ। ਤੇ ਜਿਹੜੀ ਨਵ ਜਮਹੂਰੀ ਜਿਹੜੀ ਹੈ ਸਮਾਜਵਾਦ ਦੇ ਰਸਤੇ ਜਮਾਤ ਰਹਿਤ ਸਮਾਜ, ਕਮਿਊਨਿਸਟ ਸਮਾਜ ਦੀ ਉਸਾਰੀ ਲਈ ਜਮਾਤੀ ਜਿਹੜਾ ਸੰਘਰਸ਼ ਹੈ, ਤਾਂ ਜਮਾਤੀ ਸੰਘਰਸ਼ ਦੇ ਅਮਲ ਦੇ ਤੌਰ ਤੇ ਹੀ ਪਿਤਾ ਪੁਰਖੀ ਸੱਤਾ ਦਾ ਅੰਤਿਮ ਰੂਪ ਦੇ ਵਿੱਚ ਜਿਹੜਾ ਖਾਤਮਾ ਹੈ ਉਹਦਾ, ਉਹ ਜਿਹੜਾ ਸੰਭਵ ਹੋ ਸਕਦਾ ਹੈ ਤੇ ਉਹਦੇ ਨਾਲ ਹੀ ਸੰਭਵ ਹੋਊਗਾ। ਤਾਂ ਇਸ ਪਿਤਰੀ ਸੱਤਾ ਵਿਰੁੱਧ ਸੰਘਰਸ਼ ਨੂੰ ਲਾਜ਼ਮੀ ਹੀ ਜ਼ਰੂਰੀ ਹੀ ਜਿਹੜਾ ਇਹੋ ਜਿਹੇ ਸੰਘਰਸ਼ ਦੀ ਦਿਸ਼ਾ ਵਿੱਚ ਉਸ ਦੇ ਇੱਕ ਅੰਗ ਵਜੋਂ ਇਸ ਨੂੰ ਚਲਾਉਣਾ ਹੋਵੇਗਾ। ਤਾਂ ਮੌਜੂਦਾ ਜਿਹੜਾ ਨਵ ਜਮਹੂਰੀ ਇਨਕਲਾਬ ਦੇ ਇਸ ਹੈਗਾ ਚਲਾਏ ਬਿਨਾ ਸਰਨਾ ਨਹੀਂ। ਤੇ ਹਰ ਸਮੇਂ ਇਸ ਜਿਹੜਾ ਹੈਗਾ ਇਹ ਜਿਹੜਾ ਸਜੀਵ ਅੰਤਰ ਸੰਬੰਧ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਦਾ ਇੱਕ ਵਿਰੋਧ ਜਿਹੜਾ ਹੈਗਾ ਵਿਕਾਸ ਜਿਹੜਾ ਪੱਖ ਹੈ ਉਹ ਔਰਤ ਸਵਾਲ ਤੇ ਮਾਰਕਸਵਾਦੀ ਜਿਹੜੀ ਸਮਝ ਦਾ ਇੱਕ ਮੂਲ ਜਿਹੜਾ ਹੈਗਾ ਨੁਕਤਾ ਹੈ ਜਿਹਨੂੰ ਸਮਝਣ ਦੀ ਲੋੜ ਹੈ, ਜਿਹਤੇ ਅਧਿਐਨ ਕਰਨ ਦੀ ਲੋੜ ਹੈ। ਤਾਂ ਸਾਡੇ ਮਾਰਕਸਵਾਦੀ ਅਧਿਆਪਕਾਂ ਚੋਂ ਜਿਹੜਾ ਫਰੈਡਰਿਕ ਐਂਜਲਸ ਨੇ ਔਰਤ ਦੇ ਸਵਾਲ ਤੇ ਇੱਕ ਅਧਿਐਨ ਲਈ ਇੱਕ ਆਧਾਰ ਜਿਹੜਾ ਸੀਗਾ ਉਹ ਪੇਸ਼ ਕੀਤਾ ਸੀ। 1884 ਦੇ ਵਿੱਚ ਲਿਖੀ ਗਈ ਉਹਨਾਂ ਵੱਲੋਂ ਇੱਕ ਕਿਤਾਬ, ਇੱਕ ਉਹਨਾਂ ਦੀ ਰਚਨਾ ਜਿਹਦਾ ਨਾਮ ਹੈ ਪਰਿਵਾਰ, ਨਿੱਜੀ ਜਾਇਦਾਦ, ਰਾਜਸੱਤਾ ਦੀ ਉਤਪਤੀ। ਇੱਕ ਬਹੁਤ ਹੀ ਰਾਹ ਦਸੇਰਾ ਤੇ ਬਹੁਤ ਹੀ ਜਾਣਕਾਰੀ ਭਰਪੂਰ ਜਿਹੜੀ ਹੈ ਉਹ ਕਿਤਾਬ ਹੈਗੀ ਹੈ। ਬਾਕੀ ਚੀਜ਼ਾਂ ਤੋਂ ਇਲਾਵਾ ਜਿਹੜੀ ਇਹ ਕਿਤਾਬ ਹੈ ਇਹ ਔਰਤ ਦਾਬੇ ਦੀ ਸ਼ੁਰੂਆਤ ਨਕਸ਼ਾ ਜਿਹੜਾ ਹੈਗਾ ਉਹ ਖਿੱਚਦੀ ਹੈ, ਉਹ ਦੱਸਦੀ ਹੈ ਔਰਤ ਦੇ ਦਾਬੇ ਦਾ। ਇਹ ਵਿਖਾ ਕੇ ਔਰਤ ਦਾ ਦਾਬਾ ਇਤਿਹਾਸ ਦੇ ਖਾਸ ਸਮੇਂ 'ਚ ਜਿਹੜਾ ਹੋਂਦ 'ਚ ਆਇਆ ਸੀਗਾ ਔਰਤ ਦੇ ਉੱਤੇ। ਤਾਂ ਐਂਜਲਸ ਦੇ ਪਿਤਾ ਪੁਰਖੀ ਸੱਤਾ ਦੀ ਸਮਾਜਿਕ ਸ਼ੁਰੂਆਤ ਵੱਲ ਧਿਆਨ ਖਿੱਚਿਆ ਸੀ। ਤਦ ਤੋਂ ਇਹ ਕਿਤਾਬ ਔਰਤਾਂ ਦੀ ਮੁਕਤੀ ਲਈ ਜਿਹੜਾ ਸੀਗੀ ਉਹ ਇੱਕ ਸਿਧਾਂਤਕ ਹਥਿਆਰ ਬਣ ਗਈ। ਉਸ ਸਮੇਂ ਬਣ ਗਈ ਸੀ ਤੇ ਉਹ ਬਣ ਚੁੱਕੀ ਹੈ। ਮਰਦਾਂ ਦੇ ਗਲਬੇ ਨਾਲ ਜੁੜਿਆ ਹੋਇਆ ਇੱਕ ਗਹਿਰੇ ਪਰਿਵਾਰ ਦਾ ਆਉਣਾ, ਜਿਵੇਂ ਅੱਜ ਕੱਲ੍ਹ ਇਕੱਲੇ ਪਰਿਵਾਰ ਨੇ, ਤਾਂ ਉਹਦੇ ਨਾਲ ਹੀ ਜਿਹੜਾ ਸੀਗਾ ਨਿੱਜੀ ਜਾਇਦਾਦ ਬਾਰੇ। ਤਾਂ ਮਾਰਕਸ ਦੀ ਖੋਜ ਤੋਂ ਲੈ ਕੇ ਐਂਜਲਸ ਨੇ ਸਥਾਪਿਤ ਕੀਤਾ ਕਿ ਔਰਤਾਂ ਦੇ ਦਾਬਾ ਜਿਹੜਾ ਸੀਗਾ ਉਹ ਨਿੱਜੀ ਜਾਇਦਾਦ ਦੇ ਜਿਹੜਾ ਸੀਗਾ ਹੋਂਦ ਦੇ ਵਿੱਚ ਆਉਣ ਨਾਲ ਜਿਹੜਾ ਸੀਗਾ ਉਹ ਸ਼ੁਰੂ ਹੋਇਆ। ਯਾਨੀ ਕਿ ਉਸ ਸਮੇਂ 'ਤੇ ਜਦ ਮੁੱਢ ਕਦੀਮੇ ਕਮਿਊਨਿਜ਼ਮ ਟੁੱਟਿਆ ਤੇ ਜਮਾਤੀ ਸਮਾਜ ਪੈਦਾ ਹੋਇਆ ਉਸ ਸਮੇਂ ਵਿੱਚ, ਤਾਂ ਮਰਦਾਂ ਦੇ ਗਲਬੇ ਨਾਲ ਜੁੜਿਆ ਹੋਇਆ ਹੈ ਇਕਹਿਰੇ ਪਰਿਵਾਰ ਦਾ ਆਉਣਾ, ਜੋ ਨਿੱਜੀ ਜਾਇਦਾਦ ਦੀ ਮਜ਼ਬੂਤੀ ਤੇ ਵਿਰਾਸਤੀ ਤਬਾਦਲੇ ਲਈ ਇੱਕ ਸੰਦ ਬਣ ਗਿਆ, ਇੱਕ ਔਜ਼ਾਰ ਬਣ ਗਿਆ। ਆਦੀ ਸਮਾਜ ਤੇ ਮਾਤਾ ਪੁਰਖੀ ਕਬੀਲਾ ਆਧਾਰਿਤ ਗੈਰ ਯਹੂਦੀ ਸਮਾਜ ਨੇ ਜਿਹੜਾ ਸੀਗਾ ਸਮਾਜਿਕ ਪਰਿਵਾਰ 'ਚ ਔਰਤਾਂ ਦੀ ਜਿਹੜੀ ਭਾਗੀਦਾਰੀ ਵੇਖੀ ਹੈ ਕਿ ਕਿਸੇ ਟਾਈਮ ਔਰਤਾਂ ਦਾ ਗਲਬਾ ਹੁੰਦਾ ਸੀਗਾ। ਔਰਤ ਜਿਹੜੀ ਸੀਗੀ ਉਹ ਕਬੀਲੇ ਦੀ ਮੁਖੀ ਹੁੰਦੀ ਸੀ, ਮੋਢੀ ਹੁੰਦੀ ਸੀ। ਪਰ ਸੱਭਿਅਤਾ ਦੇ ਤਬਦੀਲ ਹੋਣ ਦੇ ਅਮਲ 'ਚ
ਔਰਤ ਦਾ ਜਿਹੜਾ ਅਧਿਕਾਰ ਹੈ ਉਹ ਟੁੱਟਣ ਦੇ ਨਾਲ ਨਾਲ ਔਰਤ ਦੀ ਜਿਹੜੀ ਕਿਰਤ ਦਾ ਸਮਾਜਿਕ ਕਿਰਦਾਰ ਵੀ ਟੁੱਟ ਗਿਆ। ਉਹ ਵਿਅਕਤੀਗਤ ਅਤੇ ਘਰੇਲੂ ਦਾਇਰੇ ਤੱਕ ਹੀ ਸੀਮਤ ਹੋ ਗਿਆ। ਔਰਤ ਜਿਹੜੀ ਸੀ ਘਰ ਦੀ ਚਾਰ ਦੀਵਾਰੀ ਤੱਕ ਹੀ ਜਿਹੜੀ ਸੀਗੀ ਉਹ ਮਤਲਬ ਸੀਮਤ ਹੋ ਕੇ ਰਹਿ ਗਿਆ ਜਿਹੜਾ। ਤਾਂ ਮਾਤਾ ਪੁਰਖੀ ਦੀ ਥਾਂ 'ਤੇ ਪਿਤਾ ਪੁਰਖੀ ਸੱਤਾ ਜਿਹੜੀ ਸੀ ਉਹ ਆ ਗਈ, ਅਤੇ ਮਾਂ ਦਾ ਅਧਿਕਾਰ ਜਿਹੜਾ ਸੀਗਾ ਉਹ ਖਾੜ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ। ਤਾਂ ਉਸ ਤੋਂ ਪਹਿਲਾਂ ਜਿਹੜਾ ਸੀਗਾ ਉਦੋਂ ਮਾਂ ਦਾ ਜਿਹੜਾ ਅਧਿਕਾਰ ਹੁੰਦਾ ਸੀਗਾ, ਤਾਂ ਐਂਜਲਜ਼ ਨੇ ਇਸ ਦੀ ਤਬਦੀਲੀ ਦਾ ਜਿਹੜਾ ਨਿਚੋੜ ਹੈ ਉਹ ਇਸ ਤਰ੍ਹਾਂ ਕੱਢਿਆ ਹੈ ਕਿ ਮਾਂ ਦਾ ਜਿਹੜਾ ਅਧਿਕਾਰ ਨੂੰ ਉਖਾੜ ਸੁੱਟਣਾ ਔਰਤ ਦੇ ਸੰਸਾਰ ਵਿਆਪੀ ਇੱਕ ਬਹੁਤ ਵੱਡੀ ਇਤਿਹਾਸਕ ਹਾਰ ਸੀ। ਘਰ 'ਚ ਵੀ ਜਿਹੜਾ ਆਦਮੀ ਨੇ ਕੰਟਰੋਲ ਸੰਭਾਲ ਲਿਆ ਅਤੇ ਔਰਤਾਂ ਨੂੰ ਨੀਵਾਂ ਦਰਜਾ ਜਿਹੜਾ ਸੀ ਉਹ ਦੇ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਨੀਵਾਂ ਦਰਜਾ ਦੇਣ ਤੋਂ ਬਾਅਦ ਉਸ ਨੂੰ ਗੁਲਾਮ ਜਿਹੜਾ ਸੀਗਾ ਬਣਾ ਦਿੱਤਾ ਗਿਆ ਔਰਤ ਨੂੰ ਘਰ ਦੀ ਚਾਰ ਦੀਵਾਰੀ ਦੇ ਵਿੱਚ। ਉਹ ਮਰਦ ਦੀ ਵਾਸ਼ਨਾ ਦੀ ਗੁਲਾਮ ਅਤੇ ਬੱਚੇ ਪੈਦਾ ਕਰਨ ਦੀ ਸਿਰਫ ਇੱਕ ਮਸ਼ੀਨ ਹੀ ਬਣ ਕੇ ਰਹਿ ਗਈ, ਜਾਂ ਕਹਿ ਲਓ ਕਿ ਉਹਨੂੰ ਬਣਾ ਦਿੱਤਾ ਗਿਆ। ਐਂਜਲਜ਼ ਨੇ ਅੱਗੇ ਆਖਿਆ, ਦੱਸਿਆ ਕਿ ਇਸ ਤਰ੍ਹਾਂ ਇਤਿਹਾਸ ਦੇ ਜਿਹੜਾ ਵਿਕਾਸ ਦੇ ਨਾਲ ਨਾਲ ਅਤੇ ਇਤਿਹਾਸ ਦੇ ਪਹਿਲੇ ਜਮਾਤੀ ਦਾਅਵੇ ਮਰਦਾਂ ਵੱਲੋਂ ਔਰਤ ਦੇ ਤਾਬੇ ਦੇ ਨਾਲ ਨਾਲ ਪ੍ਰਗਟ ਹੁੰਦੀ ਹੈ, ਸਾਹਮਣੇ ਆਉਂਦੀ ਹੈ। ਇਹ ਸਵਾਲ ਆਮ ਤੌਰ 'ਤੇ ਸਾਹਮਣੇ ਆਉਂਦਾ ਹੈ ਕਿ ਪਿਤਾ ਪੁਰਖੀ ਸੱਤਾ ਦੀ ਉਤਪਤੀ ਪਹਿਲਾਂ ਹੋਈ ਅਤੇ ਜਮਾਤੀ ਸਮਾਜ ਬਾਅਦ ਵਿੱਚ ਵਿਕਸਿਤ ਹੋਇਆ। ਉਹ ਆਰੀਆ ਵਰਗੇ ਖਾਨਾ ਬਦੋਸ਼ ਪਸ਼ੂ ਪਾਲਕਾਂ ਦਾ ਜੋ ਪਿਤਾ ਪੁਰਖੀ ਸੱਤਾ ਦਾ ਵਿਵਹਾਰ ਕਰਦੇ ਸੀ ਜਾਂ ਉਹਨਾਂ 'ਚ ਪਹਿਲਾਂ ਤੋਂ ਸੀਗੀ, ਤਾਂ ਹੋਰ ਵਰਤਮਾਨ ਕਬੀਲਿਆਂ ਦੇ ਵਿੱਚ ਸਮਾਜਾਂ ਦੀ ਉਦਾਹਰਨ ਦਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰੀਆ ਵਰਗੇ ਪਸ਼ੂ ਪਾਲਕਾਂ 'ਚ ਕਬੀਲੇ ਦੇ ਜਿਹੜੇ ਮੁਖੀ ਸੀਗੇ ਉਹ ਮਰਦ ਸੀਗੇ ਸ਼ੁਰੂ ਤੋਂ ਹੀ। ਤਾਂ ਉਹ ਜਮਾਤੀ ਸਮਾਜ ਵੱਲ ਵਧਣ ਸਮੇਂ 'ਚ ਸਨ ਉਸ ਸਮੇਂ, ਅਤੇ ਇਸ ਲਈ ਇਹਨਾਂ ਦੇ ਜਿਹੜੇ ਭਰੂਣ 'ਚ ਜਮਾਤੀ ਸਮਾਜ ਦੇ ਜਿਹੜੇ ਸੀਗੇ ਕੁਛ ਤੱਤ ਵੇਖੇ ਜਾ ਸਕਦੇ ਆ। ਉਹਦਾ ਅਧਿਐਨ ਕਰਕੇ ਜਮਾਤੀ ਸਮਾਜ ਜਿਹੜਾ ਇੱਕ ਹੀ ਰਾਤ ਦੇ ਵਿੱਚ ਪੈਦਾ ਨਹੀਂ ਹੋਇਆ। ਜਿਹੜੀ ਜਮਾਤਾਂ ਦੀ ਵੰਡ ਹੈ ਜਾਂ ਇੱਕ ਜਮਾਤੀ ਪਾੜਾ ਹੈਗਾ ਸਮਾਜ ਦੇ ਵਿੱਚ, ਉਹ ਇੱਕ ਰਾਤ ਦੇ ਵਿੱਚ ਪੈਦਾ ਨਹੀਂ ਹੋਇਆ, ਬਲਕਿ ਸੰਗਰਾਂਦੀ ਦੌਰ ਦੇ ਲੰਮੇ ਸਮੇਂ ਵਿੱਚ ਦੀ ਗੁਜ਼ਰਿਆ ਸੀ। ਤਾਂ ਬਦਲਾਅ ਦੇ ਇਸ ਲੰਮੇ ਅਮਲ ਦੇ ਵਿੱਚ ਇਸ ਜ਼ੁਲਮ ਦੇ ਜਿਹੜੇ ਹੈਗਾ ਉਚੇਰੇ ਪੱਧਰਾਂ 'ਚ ਜਮਾਤ ਸਮਾਜ ਨਾਲ ਜੁੜੇ ਹੋਏ ਕਈ ਪਹਿਲੂ ਵੇਖ ਸਕਦੇ, ਉਹਨਾਂ ਨੂੰ ਅਸੀਂ ਬਚ ਸਕਦੇ ਹਾਂ, ਉਹਨਾਂ ਨੂੰ ਅਸੀਂ ਵੇਖ ਸਕਦੇ ਹਾਂ। ਤਾਂ ਗੁਲਾਮਾਂ ਨੂੰ ਬੰਦੀ ਬਣਾਉਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਜਿਸ ਨੂੰ ਸਹੀ ਅਰਥਾਂ 'ਚ ਰਾਜ ਕਿਹਾ ਜਾ ਸਕਦਾ ਹੈ, ਕਿਉਂਕਿ ਰਾਜ ਸੱਤਾ ਜਿਹੜੀ ਸੀਗੀ ਕਾਇਮ ਜਿਹੜੀ ਹੋਣ ਜਾ ਰਹੀ ਸੀ ਜਦੋਂ ਗੁਲਾਮੀ ਦਾ ਯੁੱਗ ਸ਼ੁਰੂ ਹੁੰਦਾ, ਪਰ ਉਸ ਦੀ ਉਤਪਤੀ ਨਹੀਂ ਸੀ ਹੋਈ। ਪਿਤਾ ਪੁਰਖੀ ਸੱਤਾ ਬਰਕਰਾਰ ਸੀ, ਪਰ ਉਹ ਇੱਕ ਸੰਸਥਾ ਨਹੀਂ ਸੀ ਬਣੀ। ਭਾਰਤ 'ਚ ਪਿਤਾ ਪੁਰਖੀ ਸੱਤਾ ਦੀ ਉਤਪਤੀ 2600 ਸਾਲ ਪਹਿਲਾਂ ਜਿਹੜੀ ਸੀਗੀ 2600 ਸਾਲ ਪਹਿਲਾਂ ਹੋਈ ਸੀ। ਤਾਂ ਪ੍ਰਾਚੀਨ ਜੇ ਭਾਰਤ ਦੀ ਗੱਲ ਕਰੀਏ ਤਾਂ ਪ੍ਰਾਚੀਨ ਭਾਰਤ 'ਚ ਪਹਿਲਾ ਜਿਹੜਾ ਰਾਜ ਸੀਗਾ 600 ਈਸਾ ਪੂਰਵ ਜਿਹੜਾ ਰਾਜ ਸੀ, ਮਗਧ ਰਾਜ ਦੇ ਹੋਂਦ ਦੇ ਵਿੱਚ ਆਉਣ ਨਾਲ ਹੀ ਸਥਾਪਿਤ ਹੋਇਆ ਸੀ। ਹਾਲਾਂਕਿ ਭਾਰਤੀ ਮਹਾਂਦੀਪ ਦੇ ਉੱਤਰੀ ਪੱਛਮੀ ਭਾਗ ਦੇ ਵਿੱਚ 2500 ਈਸਾ ਪੂਰਵ ਪਹਿਲਾਂ ਜਿਹੜਾ ਸੀਗਾ ਹਿੰਦੂ ਘਾਟੀ ਦੀ ਜਿਹੜੀ ਸਭਿਅਤਾ ਸੀ ਉਹ ਪੈਦਾ ਹੋਈ ਸੀ। ਪਰ ਇਹ ਉਸ ਸਭਿਅਤਾ ਨੂੰ ਜਿਹੜਾ ਤਾਂਬਾ ਯੁੱਗ ਵੀ ਕਿਹਾ ਜਾਂਦਾ ਹੈਗਾ।
सिद्ध घाटी की जिहड़ी सभ्यता सीगी तो उसमें जिहड़ा सीगा तांबा युग भी कहा जाता है, तो जो ज़्यादा समा नहीं टिक सकी। 1800 साल ईसा पूर्व तक वो नष्ट हो गई सी सिद्धू घाटी की सभ्यता जी सी। तो उस समय कई सारे आदिवासी समूह पूरे भारत 'ਚ फैल गए ਅਤੇ विकास के ਵੱਖ-ਵੱਖ ਪੱਧਰਾਂ ਦੇ ਉੱਤੇ ਵਿਚਰ ਰਹੇ ਸੀ ਉਹ, ਜਾਂ ਉਸ ਸਮੇਂ ਦੇ ਸਨ। ਦੱਖਣੀ ਤੇ ਕੇਂਦਰੀ ਭਾਰਤ 'ਚ ਜ਼ਿਆਦਾਤਰ ਆदिवासी ਜਿਹੜੇ ਸਮੂਹ ਸੀ ਮੁੱਢ ਕਤੀਮੀ ਉਹ ਖੇਤੀ 'ਚ ਜਿਹੜਾ ਖੇਤੀ ਕਰਦੇ ਸੀਗੇ ਜਾਂ ਉਹ ਪਸ਼ੂ ਪਾਲਣ ਦੇ ਉੱਤੇ ਨਿਰਭਰ ਸੀ, ਕਿਉਂਕਿ ਔਰਤਾਂ ਨੂੰ ਖੇਤੀ ਤੱਕ ਆਉਣ ਦੇ ਸਫ਼ਰ 'ਚ ਇੱਕ ਮਹੱਤਵਪੂਰਨ ਜਿਹੜੀ ਉਹਨਾਂ ਨੇ ਰੋਲ ਅਦਾ ਕੀਤਾ, ਭੂਮਿਕਾ ਅਦਾ ਕੀਤੀ ਔਰਤਾਂ ਨੇ। ਅਤੇ ਇਸ ਸਮਾਜਿਕ ਪੈਦਾਵਾਰ ਦੇ ਸਰਗਰਮ ਰੂਪ ਦੇ ਵਿੱਚ ਔਰਤਾਂ ਵੀ ਸ਼ਾਮਲ ਸੀ ਉਸ ਖੇਤੀਬਾੜੀ ਕਰਨ ਦੇ ਵਿੱਚ, ਉਸ ਪਸ਼ੂ ਪਾਲਣ ਦੇ ਵਿੱਚ ਲਿਆ ਕੇ ਜਿਹੜੇ ਸੀਗੀਆਂ। ਤਾਂ ਇਸ ਲਈ ਸਮਾਜ ਜਿਹੜਾ ਉਸ ਸਮੇਂ ਮਾਤਾ ਪੁਰਖੀ ਸੀ, ਪਸ਼ੂ ਪਾਲਣ ਦੇ ਆਧਾਰ 'ਤੇ ਜਿਹੜਾ ਸਮੂਹਾਂ 'ਚ ਲੱਗਦਾ ਹੈ ਕਿ ਪਿਤਾ ਪੁਰਖੀ ਵਿਚਾਰ ਪਹਿਲਾਂ ਹੀ ਸਥਾਪਿਤ ਹੋ ਚੁੱਕਿਆ ਸੀ। ਜਿਸ ਸਮੇਂ ਸਿੱਧੂ ਘਾਟੀ ਦੀ ਸਭਿਅਤਾ ਦੀ ਟੁੱਟ ਭੱਜ ਹੋ ਰਹੀ ਸੀ ਤਾਂ ਉਸ ਸਮੇਂ ਭਾਰਤ 'ਚ ਆਰੀਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਤਾਂ ਆਰੀਆਂ 'ਚ ਪਹਿਲਾਂ ਤੋਂ ਹੀ ਜਿਹੜਾ ਸੀਗਾ ਪਿਤਾ ਪੁਰਖੀ ਸਮਾਜ ਮੌਜੂਦ ਸੀਗਾ, ਹਾਲਾਂਕਿ ਔਰਤਾਂ ਪਰਿਵਾਰ ਦੇ ਵਿੱਚ ਸ਼ਾਮਲ ਸਨ ਉਸ ਦੇ ਵਿੱਚ ਲਿਆ ਕੇ, ਪਰ ਜਮਾਤੀ ਬਣਤਰ ਦਾ ਜਿਹੜਾ ਅਮਲ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ। ਅਤੇ ਇਹ ਯੁੱਧਾਂ ਰਾਹੀਂ ਹਰਾਏ ਹੋਏ ਲੋਕਾਂ ਨੂੰ, ਸਮੂਹਾਂ ਨੂੰ ਜਾਂ ਕਬੀਲਿਆਂ ਨੂੰ ਗੁਲਾਮ ਬਣਾ ਕੇ ਯੁੱਧ ਰਾਹੀਂ ਹੀ ਇਹ ਫੈਲਿਆ ਗਲਬਾ ਜਿਹੜਾ ਸੀਗਾ ਪਿਤਾ ਪੁਰਖੀ। ਤਾਂ 1000 ਸਾਲ ਈਸਾ ਪੂਰਵ ਦੇ ਪਿੱਛੋਂ ਦਾ ਜਿਹੜਾ ਕਾਲ ਆ, ਜਿਹੜਾ ਸਮਾਂ ਹੈ, ਮੁੱਢ ਕਤੀਮੀ ਖੇਤੀ ਅਤੇ ਪਸ਼ੂ ਪਾਲਕ ਸਮਾਜਾਂ ਦੇ ਸੰਘਰਸ਼, ਆਪਸੀ ਸੰਘਰਸ਼ ਦੇ ਖੰਡਾਅ ਅਤੇ ਜਮਾਤਾਂ ਦੇ ਨਿੱਜੀ ਸੰਪਤੀ ਦੇ ਵਿਕਾਸ ਦਾ ਸਮਾਂ ਸੀ। 800 ਸਾਲ ਈਸਾ ਪੂਰਵ ਲੋਹੇ ਦੀ ਖੋਜ ਅਤੇ ਲੋਹੇ ਦੇ ਹਲ ਅਤੇ ਖੇਤੀ ਦੇ ਲੋਹੇ ਦੇ ਜਿਹੜੇ ਸੰਦ ਔਜ਼ਾਰ ਜਿਹੜੇ ਸੀਗੇ ਉਹ ਉਸ ਦੇ ਆਧਾਰ ਦੇ ਉੱਤੇ ਖੇਤੀ ਜਿਹੜੀ ਸੀਗੀ ਉਹਦੀ ਸ਼ੁਰੂਆਤ ਨੇ ਇਸ ਅਮਲ ਨੂੰ ਜਿਹੜਾ ਸੀਗਾ ਕਾਫੀ ਤੇਜ਼ ਕਰ ਦਿੱਤਾ, ਵਿਕਾਸ ਨੂੰ ਕਹ ਲਓ ਜਾਂ ਕਾਫੀ ਤੇਜ਼ ਕਰ ਦਿੱਤਾ। ਤਾਂ ਬਾਕੀ ਉਹਦੇ ਨਾਲ ਜਿਹੜੀ ਸੀ ਪੈਦਾਵਾਰ ਵੀ ਜਿਹੜੀ ਸੀਗੀ ਉਹ ਵੱਧ ਹੋਣ ਲੱਗ ਗਈ, ਅਤੇ ਪੈਦਾਵਾਰ ਵੀ ਜਿਹੜੀ ਸੀਗੀ ਉਹ ਵੱਧ ਗਈ। ਤਾਂ ਇਸ ਸਮੇਂ ਤੱਕ ਸ਼ੂਦਰ ਜਿਹੜਾ ਸੀਗਾ, ਸ਼ੂਦਰ ਰੱਖਣ ਦਾ ਪ੍ਰਬੰਧ, ਯਾਨੀ ਕਿ ਇੱਕ ਗੁਲਾਮਾਂ ਦਾ ਜਿਹੜਾ ਕਹੋ ਜਿਵੇਂ ਸਟਾਰਟਿੰਗ 'ਚ ਆ ਚੁੱਕਿਆ ਹੈਗਾ, ਅਤੇ ਆਧਾਰਿਤ ਜਿਹੜਾ ਸੀਗਾ ਪਹਿਲਾ ਰਾਜ ਜਿਹੜਾ ਸੀਗਾ ਗੰਗਾ ਦੇ ਮੈਦਾਨ ਦੇ ਵਿੱਚ ਉੱਭਰਿਆ ਸ਼ੁਰੂ ਹੋਇਆ। ਤਾਂ ਪਿਤਾ ਪੁਰਖੀ ਸੱਤਾ ਨੇ ਚੰਗੀ ਤਰ੍ਹਾਂ ਨਾਲ ਸਥਾਪਿਤ ਜਿਹੜੀ ਉਸ ਸਮੇਂ ਹੋ ਚੁੱਕੀ ਸੀ ਉਹ ਤੱਕ, ਆਰੀਆ ਦੇ ਆਉਣ ਤੱਕ। ਤਾਂ ਸਮਾਜਿਕ ਪੈਦਾਵਾਰ 'ਚ ਔਰਤਾਂ ਨੇ ਆਪਣਾ ਮਹੱਤਵ ਜਿਹੜਾ ਸੀਗਾ ਉਹ ਗਵਾ ਲਿਆ ਜਾਂ ਉਹਨਾਂ ਦਾ ਖਤਮ ਹੋ ਗਿਆ ਸੀ, ਅਤੇ ਉਹਨਾਂ ਨੂੰ, ਔਰਤਾਂ ਨੂੰ ਜਿਹੜਾ ਸੀਗਾ ਹੇਠਲੇ ਦਰਜੇ 'ਤੇ ਲਿਆ ਕੇ ਸੁੱਟ ਦਿੱਤਾ ਗਿਆ ਸੀ। ਤਾਂ ਜਗੀਰਦਾਰੀ ਦੀ ਉਤਪਤੀ ਦੇ ਨਾਲ ਹੀ ਪਿਤਾ ਪੁਰਖੀ ਸੱਤਾ ਨੇ ਪੂਰੀ ਤਰ੍ਹਾਂ ਜਿਹੜਾ ਗਾ ਇੱਕ ਉਹ ਕਾਬਜ਼ ਜਿਹੜਾ ਰੂਪ ਸੀਗਾ ਅਖਤਿਆਰ ਕਰ ਲਿਆ ਔਰਤਾਂ ਦੇ ਉੱਪਰ। ਤਾਂ ਇਸ ਤਰ੍ਹਾਂ ਔਰਤ ਜਿਹੜੀ ਸੀਗੀ ਜਗੀਰੂ ਸਮਾਜ ਦਾਬੇ ਅਤੇ ਲੁੱਟ ਖਸੁੱਟ ਅਤੇ ਜ਼ਬਰ ਦੇ ਨਾਲ ਨਾਲ ਪਿਤਾ ਪੁਰਖੀ ਸੱਤਾ ਦੀ ਤਾਕਤ ਦੀ ਸ਼ਿਕਾਰ ਹੋ ਕੇ ਹਮੇਸ਼ਾ ਵਾਸਤੇ ਗੁਲਾਮੀ ਦੀ ਹਾਲਤ ਦੇ ਵਿੱਚ ਚਲੀ ਗਈ। ਤਾਂ ਇਹ ਹੈ ਦੋਸਤੋ ਸ਼ੁਰੂਆਤੀ ਔਰਤ ਦੇ ਬਾਰੇ ਦੇ ਵਿੱਚ ਔਰ ਉਸ ਗਲਬੇ ਦੇ ਬਾਰੇ ਦੇ ਵਿੱਚ, ਪਿਤਾ ਪੁਰਖੀ ਗਲਬੇ ਦੇ ਬਾਰੇ 'ਚ। ਤਾਂ ਉਸ ਦੀ ਪਹਿਲੀ ਕੜੀ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ, ਚੰਗੀ ਲੱਗੀ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਨਾ, ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ। ਕੱਲ੍ਹ ਫਿਰ ਮਿਲਦੇ ਹਾਂ ਇਸ ਦੀ ਅਗਲੀ ਕੜੀ ਦੇ ਨਾਲ। ਤਦ ਤੱਕ ਨਮਸਕਾਰ।